ਹਰੇਕ ਪ੍ਰੇਮੀ ਦੇ ਨਾਲ ਕੁਝ ਨਾ ਕੁਝ ਅਜਿਹਾ ਜਿਨ੍ਹਾਂ ਦੀ ਸ਼ਰਧਾ ਮੁਤਾਬਕ ਕੋਈ ਨਾ ਕੋਈ ਭਾਣਾ ਵਰਤਦਾ ਰਹਿੰਦਾ ਸੀ। ਸੋ ਹੁਣ ਸੰਤ ਮਾਫ਼ ਕਰਨਾ, ਵੈਸੇ ਹੈ ਤਾਂ ਸੰਤ ਰੂਪੇ ਹੈ ਪਰ ਕਹਾਉਂਦੇ ਨਹੀਂ, ਕਹਿੰਦੇ ਕਹਿਣਾ ਨਹੀਂ ਸਾਨੂੰ ਇਸ ਤਰ੍ਹਾਂ। ਗਿਆਨੀ ਭਗਵਾਨ ਸਿੰਘ ਜੀ ਤਪਾ ਜੀ ਜਿਨ੍ਹਾਂ ਨੂੰ ਕਹਿੰਦੇ ਆ, ਉਹ ਕੁਝ ਸਮੇਂ ਵਾਸਤੇ ਸੰਗਤਾਂ ਦੇ ਦਰਸ਼ਨ ਕਰਨਗੇ। ਉਹਨਾਂ ਨਾਲ ਬਹੁਤ ਵਾਰ ਉਹਨੇ ਸੰਗਤਾਂ ਦੀ ਸੰਗਤ ਕੀਤੀ, ਕੋਲ ਰਹਿ ਕੇ ਵੀ, ਅਤੇ ਵਿੱਦਿਆ ਦੀ ਵੀ ਕਿਰਪਾ ਕਰਾਈ ਹੈ ਉਹਨਾਂ ਤੋਂ। ਹੁਣ ਅੱਗੇ ਸੰਗਤਾਂ ਨੂੰ, ਅੱਗੇ ਨਵੇਂ ਵਿਦਿਆਰਥੀਆਂ ਨੂੰ ਪੜ੍ਹਾ ਵੀ ਰਹੇ ਹਨ ਹਰ ਤਰ੍ਹਾਂ ਦੇ ਗ੍ਰੰਥ। ਅਤੇ ਇਹਨਾਂ ਦੇ ਜੀਵਨ ਦੀ ਵੀ ਇੱਕ ਅਨੋਖੀ ਘਟਨਾ ਨਾਲ ਵਾਪਰੀ ਹੈ। ਇਹਨਾਂ ਨੇ ਸੰਤਾਂ ਦੇ ਜੋੜਾ, ਸੰਤਾਂ ਦੇ ਖੜਾਵਾਂ ਹੁੰਦੀਆਂ ਚੱਪਲਾਂ, ਅਤੇ ਸ਼ਰਧਾ ਦੇ ਵਿੱਚ ਆ ਕੇ ਨਾ ਉੱਥੇ, ਕਿਉਂਕਿ ਪਹਿਰਾ ਹੁੰਦਾ ਸੀ ਕਿ ਕੋਈ ਜੋੜੇ ਨੂੰ ਹੱਥ ਨਾ ਲਾਵੇ, ਮੱਥਾ ਨਾ ਟੇਕੇ। ਜਦੋਂ ਦਰਬਾਰ ਸਾਹਿਬ ਮੱਥਾ ਟੇਕਦੇ ਸੀ ਉਦੋਂ ਜਾ ਕੇ ਬਾਹਰ ਜੋੜਾ ਲਾਉਂਦੇ ਸੀ, ਅਤੇ ਕੋਈ ਸਿੰਘ ਪਹਿਰੇਦਾਰ 'ਤੇ ਖੜ੍ਹਾ ਦਿੰਦੇ ਸੀ। ਉਸ ਦਿਨ ਕੁਦਰਤੀ ਪਹਿਰੇਦਾਰ ਹੈ ਸੀ ਪਰ ਥੋੜ੍ਹੀ ਦੂਰ। ਇਹਨਾਂ ਦੀ ਸ਼ਰਧਾ ਜਾਗੀ ਅਤੇ ਪ੍ਰੇਮ ਦੇ ਵਿੱਚ ਆ ਕੇ ਇਹਨਾਂ ਤੋਂ ਰਿਹਾ ਨਾ ਗਿਆ, ਅਤੇ ਇਹਨਾਂ ਨੇ ਜੋੜੇ ਨੂੰ ਆਪਣਾ ਮਸਤਕ ਲਾ ਦਿੱਤਾ। ਅਤੇ ਉਹ ਇਹਨਾਂ ਦੇ ਆਪਾਂ ਮੁਖਾਰ ਬਿੰਤ ਸੁਣਦੇ ਹਾਂ ਵੀ ਫਿਰ ਵਾਪਰਿਆ ਕੀ। ਸੋ ਜਿਹੜੇ ਤੁਸੀਂ ਅਭਿਆਸੀ ਨਿਤਨੇਮੀ ਸੱਜਣ ਪਏ ਨੇ ਉਹਨਾਂ ਨੂੰ ਸਮਝ ਲੱਗੇਗੀ। ਆਮ ਜਿਹਨੇ ਕਦੇ ਨਿਤਨੇਮ ਨਹੀਂ ਕਰਨਾ ਨਾ, ਅੰਮ੍ਰਿਤ ਨਹੀਂ ਛਕਿਆ, ਉਹਨੂੰ ਇਹ ਬਚਨਾਂ ਦੀ ਸਮਝ ਨਹੀਂ ਲੱਗਣੀ। ਸੋ ਧਿਆਨ ਨਾਲ ਮੇਰੀ ਬੇਨਤੀ ਵੀ ਬਚਨ ਸੰਗਤਾਂ ਨੂੰ ਜ਼ਰੂਰ ਸੁਣਾਇਓ, ਅਸੀਂ ਵੀ ਸੁਣ ਲਵਾਂਗੇ। ਸੋ ਧਿਆਨ ਨਾਲ ਸੁਣਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਜਿਨ੍ਹਾਂ ਸਾਸ ਗਰਾਸ ਨ ਵਿਸਰੈ, ਹਰ ਨਾਮਾ ਮਨ ਮੰਤ। ਧੰਨ ਸੇਈ ਨਾਨਕਾ, ਪੂਰਨ ਸੋਈ ਸੰਤ। ਸ੍ਰੀ ਨਾਨਕ ਤੇ ਆਦ ਲੈ, ਦਸਵੇਂ ਗੁਰ ਪਰਯੰਤ। ਬਾਰੰਬਾਰ ਹੈ ਬੰਦਨਾ, ਸਾਹਿਬ ਸ੍ਰੀ ਗੁਰੂ ਗ੍ਰੰਥ। ਰਹਿਤ ਸਦੀਵ ਰਖ, ਪੰਚ ਦੋਖ ਅਹੰ ਤਿਆਗੀ। पूरन बबेकी ब्रह्म ज्ञान को सुनाते थे। रहत सदीव राख पांच दोख अहं त्यागी। पूरन बबेकी ब्रह्म ज्ञान को सुनाते थे। सभी मत शास्त्रग गुरमत मारतंड। सभी मत शास्त्रग गुरमत मारतंड। सत संतोख धार सादगी रखाते थे। आत्म विचार के भंडारे बरताए बहो। नाम अभ्यासी भी अनेका बरोसाते थे। परम बैरागी त्यागी निस दिन लिव लागी। मोहन मरगेश संत पिंडरा रहाते थे। परम बैरागी त्यागी निस दिन लिव लागी। मोहन मरगेश संत पिंडरा रहाते थे। परम सन्मानयोग सतगुरु महाराज साहिब जी की साजी नवाजी हुई। गुरु रूप गुरु खालसा साध संगत जी आदब सत्कार सहित गुर फतेह प्रवान करो। वाहिगुरु जी का खालसा वाहिगुरु जी की फतेह।
ਆਪਾਂ ਸਰਬੱਤ ਗੁਰਸਿੱਖ ਮਾਈ ਪਾਈ ਅਤਿਅੰਤ ਹੀ ਭਾਗਸ਼ਾਲੀ ਹਾਂ। ਜੋ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ, ਹਕ ਹਕ ਆਦੇਸ਼ ਗੁਰੂ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹਕ ਰਾਗ ਗੰਜੂਰ ਗੁਰੂ ਗੋਬਿੰਦ ਸਿੰਘ। ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ। ਐਸੇ ਮਹਾਨ ਗੁਣਾਂ ਦੇ ਮੁਜੱਸਮੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸਾਹਿਬ ਵਿਖੇ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਦਰ ਘਰ ਤੋਂ ਵਰੋਸਾਏ ਹੋਏ ਨਾਮ ਬਾਣੀ ਦੇ ਰਸੀਏ, ਅਨਮਤਾਂ ਦੇ ਮਹਾਨ ਖੋਜੀ, ਪਰਮ ਵੈਰਾਗੀ ਤੇ ਮਹਾਨ ਤਿਆਗੀ ਮਹਾਂਪੁਰਸ਼ ਸ੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਮਹਾਂਪੁਰਸ਼ਾਂ ਦੀ ਸਿਮਰਤੀ ਦੇ ਅੰਦਰ ਬੜੇ ਪ੍ਰੇਮ ਦੇ ਨਾਲ ਸੱਜ ਰਹੇ ਹਾਂ। ਸਤਿਕਾਰਯੋਗ ਸੰਤ ਗਿਆਨੀ ਕਪੂਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਰਸਨਾ ਤੋਂ ਆਪ ਜੀ ਨੇ ਸ੍ਰੀ ਮੁਖ ਵਾਕ ਹੁਕਮਨਾਮੇ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਉਪਰੰਤ ਮਹਾਨ ਗੁਰਮੁਖ ਰੂਹਾਂ ਤੋਂ ਗੁਰਮਤਿ ਵਿਚਾਰਾਂ ਤੇ ਜੋ ਕੋ ਜ਼ਿੰਦਗੀ ਦੇ ਅੰਦਰ ਵਰਤਿਆ ਉਹ ਆਪ ਜੀ ਨੇ ਸਰਵਣ ਕੀਤਾ ਹੈ। ਧਾਰਮਿਕ ਸ਼ਾਸਤਰਾਂ ਦੇ ਵਿੱਚ ਬੜਾ ਸੋਹਣਾ ਬਚਨ ਲਿਖਿਆ ਕਿ ਸਵੈ ਸੰਵੇਦਨਾ ਕਹਿ ਸਕੋਂ, ਲੱਛਣ ਸੰਤ ਮਹੰਤ, ਪਰ ਸੰਵੇਦ ਕਹੇ ਕਛੂ, ਸੰਗ ਪ੍ਰਤਾਪ ਕਰੰਤ। ਮਹਾਂਪੁਰਸ਼ ਦੀ ਦੋ ਤਰ੍ਹਾਂ ਦੀ ਰਹਿਤ ਹੁੰਦੀ ਹੈ। ਇੱਕ ਹੈ ਅੰਦਰ ਦੀ ਅਵਸਥਾ, ਇੱਕ ਹੈ ਬਾਹਰਲੇ ਸਰੀਰ ਦੀ ਅਵਸਥਾ। ਸੋ ਜਿਹੜੀ ਬਾਹਰਲੇ ਸਰੀਰ ਦੀ ਅਵਸਥਾ ਹੈ ਉਹ ਕਿਸ ਤਰ੍ਹਾਂ ਉੱਠਦੇ ਹੈ, ਕਿਸ ਤਰ੍ਹਾਂ ਭਜਨ ਬੰਦਗੀ ਕਰਦੇ ਹੈ, ਸੇਵਾ ਸਿਮਰਨ ਉਹਨਾਂ ਦਾ ਸਤਿਗੁਰੂ ਜੀ ਦੇ ਹਜ਼ੂਰੀ ਵਿੱਚ ਕਿਵੇਂ ਆਉਂਦੇ ਹੈ, ਇਹ ਉਹਨਾਂ ਦੀ ਬਾਹਰਲੀ ਰਹਿਤ, ਉਹਨਾਂ ਦਾ ਬਾਹਰਲਾ ਜੀਵਨ ਸਾਨੂੰ ਦਰਸਾਉਂਦਾ ਹੈ। ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤੇ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲਕੇ ਉਠ ਹਰ ਨਾਮ ਤੇ ਆਵੇ। ਉਦਮ ਕਰੇ ਪਲਕੇ ਪ੍ਰਵਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਇਸ ਦੇ ਨਾਲ ਨਾਲ ਇੱਕ ਅੰਦਰ ਦੀ ਅਵਸਥਾ ਹੈ ਕਿ ਨਾਮ ਸਿਮਰਨ ਦੇ ਨਾਲ ਉਹਨਾਂ ਦੀ ਅੰਦਰ ਦੀ ਕਿਹੋ ਜਿਹੀ ਅਵਸਥਾ ਹੈ, ਉਸ ਨੂੰ ਅੱਜ ਤੱਕ ਦੁਨੀਆ ਦਾ ਕੋਈ ਵੀ ਸ਼ਾਸਤਰ ਬਿਆਨ ਨਹੀਂ ਕਰ ਸਕਿਆ ਤੇ ਨਾ ਕਰ ਸਕਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤੇ ਨੇ, ਉਸ ਨੂੰ ਗੂੰਗੇ ਕੀ ਮਠਿਆਈ ਕਿਹਾ ਹੈ। ਇਸੇ ਤਰ੍ਹਾਂ ਕਿ ਉਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕੇਵਲ ਮਾਣਿਆ ਜਾ ਸਕਦਾ ਹੈ। ਸੋ ਜੋ ਕੁਝ ਮਹਾਂਪੁਰਸ਼ਾਂ ਦੀ ਅਵਸਥਾ ਬਾਹਰ ਤੌਰ ਤੇ ਕਿ ਕਿਸ ਤਰ੍ਹਾਂ ਦੇ ਨਾਲ ਕਿੰਨੇ ਗੁਰਮੁਖਾਂ ਰੂਹਾਂ ਨਾਮ ਅਭਿਆਸੀ ਉਹਨਾਂ ਤੋਂ ਵਰੋਸਾਏ, ਇਹ ਸਾਰੀ ਬਖਸ਼ਿਸ਼ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੈ। ਪਰ ਉਹ ਕਿਹਨਾਂ ਦੇ ਰਾਹੀਂ ਵਰਤਦੀ ਹੈ? ਜਿਨ੍ਹਾਂ ਦੇ ਮਹਾਨ ਨਿਰਮਲ ਹਿਰਦੇ ਹੋ ਜਾਂਦੇ ਹੈ, ਮਾਲ ਬਖਸ਼ੇਪ ਅਵਰਨ, ਇਹਨਾਂ ਤੋਂ ਜਦੋਂ ਹਿਰਦਾ ਸ਼ੁੱਧ ਹੋ ਜਾਂਦਾ ਉਸ ਵੇਲੇ ਫਿਰ ਉਹ ਆਤਮਿਕ ਲਟੂਹੇ ਹੋ ਕੇ ਅੰਤਰ ਆਤਮੇ ਹੀ ਇਹ ਅਵਸਥਾ ਦੇ ਰਸ ਨੂੰ ਮਾਣਦੇ ਹਨ। ਮਹਾਂਪੁਰਸ਼ ਦੇ ਕੋਲ ਇੱਕ ਪਾਵਰ ਹੁੰਦੀ ਹੈ, ਇੱਕ ਸ਼ਕਤੀ ਹੁੰਦੀ ਹੈ। ਉਹ ਕੁਝ ਸਮਾਂ ਰੂਹਾਨੀਅਤ ਤੌਰ ਤੇ ਜਿੰਨੀ ਕੁ ਕਿਸੇ ਦੀ ਕਮਾਈ ਹੈ ਉਸ ਦੇ ਮੁਤਾਬਕ ਕਈ ਵਾਰ ਉਹ ਆਪਣੀ ਕਮਾਈ ਵੀ ਦੂਸਰਿਆਂ ਨੂੰ ਦੇ ਕੇ ਉਹ ਅਵਸਥਾ ਤੇ ਆਨੰਦ ਨੂੰ ਦਿਖਾ ਦਿੰਦੇ ਹੈ। ਜਿਸ ਤਰ੍ਹਾਂ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਨਿਕਟਵਰਤੀ ਗੁਰਸਿੱਖਾਂ ਦੇ ਅੱਗੇ ਤੋਂ ਅੱਗੇ ਸੁਣਦੇ ਹਾਂ ਬਚਨ ਕਿ ਜਿਸ ਤਰ੍ਹਾਂ ਭਿੰਡਰ ਕਲਾਂ ਵਿਖੇ ਅਕਾਲ ਕੁਟੀਆ ਸਥਾਨ ਹੈ, ਕੰਧਾਂ ਦੇ ਵਿੱਚੋਂ ਵੀ
ਧਰਤੀ ਆਕਾਸ ਪਤਾਲ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ। ਇੱਕ ਤਾਂ ਇਹ ਅਵਸਥਾ ਹੈ ਕਿ ਧਰਤੀ ਆਕਾਸ਼ ਆ ਜਿੰਨੀਆਂ ਵੀ ਜੜ ਵਸਤੂਆਂ ਨੇ, ਇਹਨਾਂ ਵਿੱਚੋਂ ਨਾਮ ਦੀ ਧੁਨੀ ਸੁਣਾਈ ਦੇਣ ਲੱਗ ਜਾਣ। ਇੱਕ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬਚਨ ਕੀਤਾ, ਜੋ ਬੋਲਤ ਹੈ ਮਿਰਗਮੀਨ ਪੰਖੇਰੂ, ਸੋ ਹਰ ਬਿਨ ਜਾਪਤ ਹੈ ਨਹੀਂ ਹੋਰ। ਇਹ ਵੀ ਇੱਕ ਅਵਸਥਾ ਸਤਿਗੁਰੂ ਜੀ ਨੇ ਬਾਣੀ ਵਿੱਚ ਹੀ ਕਹੀ ਹੈ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਇਸੇ ਤਰ੍ਹਾਂ ਬੜੀਆਂ ਅਵਸਥਾਵਾਂ, ਪਹਿਲੇ ਪਿਆਰ ਲੱਗਾ ਥਨ ਦੋਧੇ, ਸਾਰੀਆਂ ਜਿੱਥੇ ਵਾਰ ਅਵਸਥਾਵਾਂ ਨੇ, ਮਹਾਂਪੁਰਸ਼ ਇਹਨਾਂ ਦਾ ਸੰਪਰਦਾਇ ਦੇ ਅੰਦਰ ਇੱਕ ਅੰਤਰੀਵ ਅਰਥ ਕਰਕੇ ਇਹ ਰੂਹਾਨੀਅਤ ਦੀਆਂ 10 ਅਵਸਥਾਵਾਂ ਦਾ ਜ਼ਿਕਰ ਵੀ ਕਰਦੇ ਹੈ ਕਿ ਨਾਮ ਦੀ ਅਵਸਥਾ ਕਿੱਥੋਂ ਆਰੰਭ ਹੁੰਦੀ ਹੈ। ਕਿੱਥੇ ਜਾ ਕੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਬਖਾਣੀ ਹੈ। ਇਹ ਇੱਕ ਨਾਮ ਸਿਮਰਨ ਦੀ ਹੱਦ ਹੈ। ਜਦੋਂ ਹਰ ਕਾ ਸੇਵਕ ਹਰ ਹੀ ਜਿਹਾ ਬਣ ਜਾਂਦਾ, ਪਰਮੇਸ਼ਰ ਦੇ ਵਿੱਚ ਹੀ ਉਹ ਲੀਨ ਹੋ ਜਾਂਦਾ। ਚੱਲੀ ਪੂਤਰੀ ਲੋਣ ਕੀ ਥਾ ਸਿੰਧ ਕੀ ਲੈਣ, ਅਨਾਥ ਆਪ ਆਪੇ ਪਈ ਪਲਟ ਕਹੇ ਕੋ ਬੈਣ। ਫਿਰ ਉਹ ਬ੍ਰਹਮ ਸੰਸਾਰਾਕਾਰ ਬਿਰਤੀ ਹੋ ਕੇ, ਜਿਹੜੀ ਇੱਕ ਵਾਰ ਬ੍ਰਹਮਾਕਾਰ ਬਿਰਤੀ ਬਣ ਚੁੱਕੀ ਹੈ, ਉਹ ਮੁੜ ਕੇ ਸੰਸਾਰਾਕਾਰ ਬਿਰਤੀ ਹੋ ਕੇ ਫਿਰ ਉਹ ਆਪਣੀ ਅਵਸਥਾ ਦਾ ਜ਼ਿਕਰ ਨਹੀਂ ਕਰ ਸਕਦੀ। ਸੋ ਮਹਾਂਪੁਰਸ਼ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਉਹ ਕੈਸੇ ਸੀ, ਉਹਨਾਂ ਦੀ ਬਾਬਤ ਇੱਕ ਮਹਾਂਪੁਰਸ਼ਾਂ ਦੇ ਉੱਪਰ ਢੁਕਵਾਂ ਸ਼ਬਦ ਜੋ ਬੜੇ ਸ਼ਾਸਤਰਾਂ ਦੇ ਵਿੱਚ ਲਿਖਿਆ ਮਿਲਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਵੱਡਾ ਅਮੋਲਕ ਖਜ਼ਾਨਾ ਹਜ਼ੂਰ ਨੇ ਆਪਾਂ ਨੂੰ ਬਖਸ਼ਿਆ ਹੈ, ਤੇ ਹਜ਼ੂਰ ਨੇ ਗੁਰਬਾਣੀ ਦੇ ਵਿੱਚ ਸਾਨੂੰ ਬਹੁਤ ਮਹਾਨ ਸ਼ੁਰੂਆਤ ਤੋਂ ਲੈ ਕੇ ਪਰਮੇਸ਼ਰ ਵਿੱਚ ਸਮਾਉਣ ਤੱਕ ਦੀ ਅਵਸਥਾ ਦਾ ਜ਼ਿਕਰ ਕੀਤਾ, ਪਰ ਉਹ ਜਰਾ ਬਰੀਕੀ ਦੇ ਨਾਲ ਵੇਖਣ ਤੇ ਸਮਝਣ ਦੀ ਲੋੜ ਹੈ। ਸਤਿਗੁਰੂ ਮਹਾਰਾਜ ਜੀ ਨੇ ਜਿਸ ਤਰ੍ਹਾਂ ਗੁਰਬਾਣੀ ਵਿੱਚ ਮਹਾਂਪੁਰਸ਼ ਦੇ ਲੱਛਣ ਦੱਸੇ ਨੇ, ਭਗਤਾਂ ਦੇ ਲੱਛਣ ਦੱਸੇ ਨੇ, ਗੁਰਸਿੱਖ ਦੇ ਲੱਛਣ ਦੱਸੇ ਨੇ, ਜਦੋਂ ਕਿਸੇ ਪੂਰਨ ਮਹਾਂਪੁਰਸ਼, ਪੂਰਨ ਕਹਿਣ ਤੋਂ ਭਾਵ ਹੈ ਕਿ ਪਰਪੱਕ ਅਵਸਥਾ ਵਾਲੇ, ਜਦੋਂ ਐਸੀ ਪਰਪੱਕ ਅਵਸਥਾ ਵਾਲੇ ਗੁਰਮੁਖਾਂ ਦੇ ਦਰਸ਼ਨ ਹੁੰਦੇ ਨੇ, ਉਹ ਸਾਰੇ ਹੀ ਲੱਛਣ ਅਸਲ ਵਿੱਚ ਸਾਧ ਸੰਗਤ ਜੀ ਢੁਕਣ ਲੱਗ ਜਾਂਦੇ ਹੈ, ਜੋ ਗੁਰਬਾਣੀ ਦੇ ਵਿੱਚ ਹਜ਼ੂਰ ਨੇ ਲੱਛਣ ਲਿਖੇ ਨੇ। ਇਸ ਕਰਕੇ ਆਏ ਕੋ ਹਰਖ ਨਹੀਂ, ਗਏ ਕੋ ਸੋਗ ਨਹੀਂ, ਕੈਸੇ ਨਿਰਦਵੰਦ ਭਏ ਸਮਝਣੇ ਕੀ ਬਾਤ ਹੈ। ਦੇਹ ਨੇਹ ਨੇਰੇ ਨਾਹੀ, ਲਖਮੀ ਕੋ ਹੇਰੇ ਨਾਹੀ, ਮਨ ਕਹੂੰ ਫੇਰੇ ਨਾਹੀ, ਪਾਹਣ ਸਮਗਾਤ ਹੈ। ਇਸੇ ਤਰ੍ਹਾਂ ਕਿ ਜਿਹੜੇ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਹਨ, ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਐਸੇ ਲੱਛਣਾਂ ਵਾਲੇ ਪਰਮੇਸ਼ਰ ਵਿੱਚ ਸਮਾ ਜਾਂਦੇ ਹੈ। ਐਸੋ ਜਬ ਗਿਆਨ ਹੋਤ ਤਵੈ ਕੁਛ ਧਿਆਨ ਹੋਤ, ਬ੍ਰਹਮ ਕੇ ਸਮਾਨ ਹੋਤ ਬ੍ਰਹਮ ਮੇ ਸਮਾਤ ਹੈ। ਸੋ ਮਹਾਂਪੁਰਸ਼ਾਂ ਦੀ ਐਸੀ ਅਵਸਥਾ ਸੀ। ਬਹੁਤ ਗੁਰਮੁਖਾਂ ਨੇ ਆਪਣੇ ਜੋ ਜੋ ਉਹਨਾਂ ਦੇ ਸਰੀਰਾਂ ਦੇ ਨਾਲ ਵਰਤੇ ਹੈ ਉਹ ਆਪ ਸੰਗਤਾਂ ਨੂੰ ਦੱਸੇ ਹੈ। ਪਰ ਸਾਧ ਸੰਗਤ ਜੀ, ਇੱਕ ਤਾਂ ਜਿਹੜੀਆਂ ਰੂਹਾਨੀਤ ਦੀਆਂ ਅਵਸਥਾ ਨੇ, ਉਹ ਭਾਵੇਂ ਆਮ ਤੌਰ ਤੇ ਸਾਰਿਆਂ ਵਿੱਚ ਨਹੀਂ ਕਦੇ ਦੱਸੀਆਂ ਜਾ ਸਕਦੀਆਂ। ਸਤਿਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬਚਨ ਕੀਤੇ, ਕਹੋ ਕਬੀਰ ਛੂਛਾ ਘਟ ਬੋਲੇ, ਭਰਿਆ ਹੋਏ ਸੋ ਕਬਹੂ ਨਾ ਡੋਲੇ। ਇਹ ਅਵਸਥਾਵਾਂ ਸਾਧ ਸੰਗਤ ਜੀ ਬਿਆਨ ਦੱਸਣ ਵਿੱਚ ਤਾਂ ਆਉਂਦੀਆਂ ਨਹੀਂ, ਕੇਵਲ ਮਾਣੀਆਂ ਜਾ ਸਕਦੀਆਂ ਨੇ। ਸੋ ਇਹ ਦਾਸ ਨੂੰ ਹੁਕਮ ਕੀਤਾ ਕਿ ਤੁਸੀਂ ਉਹ ਜ਼ਰੂਰ ਸੰਗਤ ਦੇ ਨਾਲ ਸਾਂਝਾ ਕਰੋ, ਪਰ ਮਨ ਚਾਹੁੰਦਾ ਨਹੀਂ। ਤੇ ਇਹਨਾਂ ਦੇ ਕਹਿਣ ਤੇ 2-3 ਵਾਰੀ ਪਹਿਲਾਂ ਵੀ ਮੈਨੂੰ ਇਹਨਾਂ ਨੇ ਹੁਕਮ ਕੀਤਾ, ਪਰ ਸੰਗਤ ਜੀ ਅੰਦਰੋਂ ਮਨ ਨਹੀਂ ਚਾਹੁੰਦਾ, ਕਿਉਂਕਿ ਇਹ ਜਿਹੜੀ ਅਵਸਥਾ ਹੈ ਕੇਵਲ ਮਾਨਣ ਵਾਲੀ ਹੈ, ਬਿਆਨ ਕਰਨ ਵਾਲੀ ਨਹੀਂ ਹੈ। ਸੋ ਸੰਖੇਪ ਦੇ ਨਾਲ ਮੈਂ ਬੇਨਤੀ ਕਹਿ ਦੇਵਾਂ, ਸਾਧ ਸੰਗਤ ਜੀ ਦਾਸ ਬੋਪਾ ਰਾਏ ਕਲਾਂ ਵਿਖੇ ਰਹਿੰਦਾ ਸਾਂ।
ਤਾਂ ਉਸ ਵੇਲੇ ਭਿੰਡਰ ਕਲਾਂ ਵਿਖੇ ਜਦੋਂ ਦਾਸ ਪਹੁੰਚਿਆ ਆਇਆ ਤੇ ਮਹਾਂਪੁਰਸ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ। ਮੇਰਾ ਮਨ ਬਹੁਤ ਢਲਿਆ ਹੋਇਆ ਸੀ। ਭਾਈ ਦਰਸ਼ਨ ਸਿੰਘ ਜੀ ਪਹਿਰੇ ਤੇ ਖੜੇ ਸਨ, ਇਹਨਾਂ ਦੀ ਪਹਿਰੇ ਦੀ ਡਿਊਟੀ ਸੀ। ਤਾਂ ਉਸ ਵੇਲੇ ਮਨ ਦੇ ਵਿੱਚ ਆਇਆ ਕਿ ਮਹਾਂਪੁਰਸ਼ਾਂ ਦੀ 100 ਸਾਲ ਦੇ ਕਰੀਬ ਲੰਮੀ ਆਜੂ ਹੈ। ਜਦੋਂ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਜਾਂਦੇ ਨੇ, ਬਹੁਤ ਲੰਮਾ ਸਮਾਂ ਉਹ ਮਹਾਂਪੁਰਸ਼ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਆਪ ਹੁਕਮਨਾਮਾ ਲੈਂਦੇ ਤੇ ਆਪ ਪਰਿਕਰਮਾ ਕਰਦੇ, ਕਈ ਪਰਿਕਰਮਾ ਕਰੀ ਜਾਂਦੇ ਤੇ ਫਿਰ ਚੌਰ ਸਾਹਿਬ ਪਕੜ ਕੇ ਫਿਰ ਚੌਰ ਸਾਹਿਬ ਦੀ ਸੇਵਾ ਕਰੀ ਜਾਂਦੇ। ਹੁਕਮਨਾਮਾ ਲੈ ਕੇ ਕਈ ਵਾਰ ਕਾਫੀ ਸਮਾਂ ਗੁਰਬਾਣੀ ਦਾ ਪਾਠ ਵੀ ਕਰਦੇ। ਤੇ ਜਿਸ ਵੇਲੇ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ, ਮਨ ਢਲ ਗਿਆ ਕਿ ਮਨਾ ਆਪਾਂ ਸਤਿਗੁਰੂ ਜੀ ਦੀ ਹਜ਼ੂਰੀ 'ਚ ਜਾਂਦੇ ਹਾਂ, ਥੋੜਾ ਸਮਾਂ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਵਾਪਸ ਪਰਤੇ ਆਉਨੇ ਹਾਂ। ਇਹ ਮਹਾਂਪੁਰਸ਼ ਆਪਣੀ ਪੂਰਨ ਤਸੱਲੀ ਕਰਕੇ ਰੱਜ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਕੇ ਫਿਰ ਵਾਪਸ ਆਉਂਦੇ ਆ। ਉਸ ਵੇਲੇ ਮਹਾਂਪੁਰਸ਼ਾਂ ਦੀਆਂ ਟੂਟੀ ਦੇ ਕੋਲੇ ਖੜਾਵਾਂ ਰੱਖੀਆਂ ਹੋਈਆਂ ਸਨ। ਮਨ ਬਹੁਤ ਨਿਮਰਤਾ ਦੇ ਵਿੱਚ ਢਲ ਗਿਆ ਤੇ ਉਹਨਾਂ ਮਹਾਂਪੁਰਸ਼ਾਂ ਦੀਆਂ ਖੜਾਵਾਂ ਨੂੰ ਜਾ ਕਰਕੇ ਮੈਂ ਨਮਸਕਾਰ ਕਰ ਦਿੱਤੀ, ਮੱਥਾ ਟੇਕ ਦਿੱਤਾ। ਭਾਈ ਦਰਸ਼ਨ ਸਿੰਘ ਜੀ ਬੈਠੇ ਆ, ਇਹ ਉਸ ਵੇਲੇ ਪਹਿਰੇ ਤੇ ਖੜੇ ਸੀ, ਦੌੜ ਕੇ ਆਏ। ਮੈਨੂੰ ਕਹਿੰਦੇ ਤੁਸੀਂ ਮਹਾਂਪੁਰਸ਼ਾਂ ਦੀ ਖੜਾਮ ਨੂੰ ਨਮਸਕਾਰ ਕੀਤੀ ਹੈ? ਮੈਂ ਕਿਹਾ ਹਾਂ। ਕਹਿਣ ਲੱਗਿਆ ਮੈਨੂੰ ਮਹਾਂਪੁਰਸ਼ਾਂ ਨੂੰ ਦੱਸਣਾ ਪਏਗਾ। ਇਹਨਾਂ ਨੂੰ ਬੇਨਤੀ ਕੀਤੀ ਵੀ ਮਹਾਂਪੁਰਸ਼ ਜਾਣਦੇ ਆ। ਕਹਿਣ ਲੱਗੇ ਵੀ ਨਹੀਂ, ਮਹਾਂਪੁਰਸ਼ਾਂ ਨੇ ਕਿਹਾ ਸੀ ਜੇ ਕੋਈ ਸਾਡੀਆਂ ਖੜਾਵਾਂ ਨੂੰ ਮੱਥੇ ਟੇਕਣੋਂ ਲੋਕ ਨਹੀਂ ਹਟਦੇ, ਅਸੀਂ ਖੜਾਵਾਂ ਪਾ ਕੇ ਨਹੀਂ ਆਇਆ ਕਰਨੀਆਂ, ਨੰਗੇ ਪੈਰੀ ਆਇਆ ਕਰਾਂਗੇ। ਉਸ ਵੇਲੇ ਮੇਰੇ ਮਨ ਦੇ ਵਿੱਚ ਬਹੁਤ ਇੱਕ ਡਰ ਵੀ ਬੈਠਾ, ਸਹਿਮ ਵੀ ਹੋ ਗਿਆ ਕਿ ਮਹਾਂਪੁਰਸ਼ ਮੈਨੂੰ ਹੁਣ ਭਿੰਡਰ ਕਲਾਂ ਤੋਂ ਰੋਕ ਨਾ ਦੇਣ। ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਸਾਹਿਬ ਦੇ ਕੋਲ ਹੀ ਜਾ ਕੇ ਦਾਸ ਬੈਠ ਗਿਆ ਤੇ ਉਸ ਵੇਲੇ ਮੇਰੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਦੇ ਵਿੱਚ ਬਹੁਤ ਝਰਨਾਹਟ ਛਿੜੀ। ਉਹ ਝਰਨਾਹਟ ਦੇ ਨਾਲ ਗੁਰਮੰਤਰ ਤੇ ਮੂਲ ਮੰਤਰ ਦਾ ਜਾਪ ਇੰਨਾ ਤੇਜ਼ੀ ਦੇ ਨਾਲ ਅੰਦਰ ਹੋ ਰਿਹਾ ਸੀ, ਉਹ ਦੱਸਿਆ ਨਹੀਂ ਸੀ ਜਾਂਦਾ। ਜਿੰਨੇ ਸਮੇਂ ਤੱਕ ਮਹਾਂਪੁਰਸ਼ ਦਰਬਾਰ ਸਾਹਿਬ ਦੇ ਵਿੱਚ ਬੈਠੇ ਰਹੇ, ਮੇਰੇ ਅੰਦਰੋਂ ਜਾਪ ਬਹੁਤ ਤੇਜ਼ੀ ਦੇ ਨਾਲ, ਆਪਾਂ ਰਸਨਾ ਦੇ ਨਾਲ ਤਾਂ ਉਹਨਾਂ ਤੇਜ਼ ਕਰ ਨਹੀਂ ਸਕਦੇ। ਤਾਂ ਉਸ ਵੇਲੇ ਜਦੋਂ ਮਹਾਂਪੁਰਸ਼ ਬਾਹਰ ਆਏ, ਨਿਸ਼ਾਨ ਸਾਹਿਬ ਦੀਆਂ ਪਰਿਕਰਮਾ ਕਰਕੇ ਬਾਹਰ ਆਏ ਤੇ ਮੈਂ ਉਸ ਵੇਲੇ ਬਾਹਰ ਜਿੱਥੇ ਪਾਰਕਾਂ ਬਣੀਆਂ ਨੇ ਉਸ ਦੇ ਕੋਲ ਆ ਕੇ ਖੜ ਗਿਆ ਤੇ ਉਸ ਵੇਲੇ ਉੱਚੀ ਰੋ ਪਿਆ ਤੇ ਬੇਨਤੀ ਕੀਤੀ, ਮਹਾਂਪੁਰਸ਼ੋ ਮੇਰੇ ਤੋਂ ਮੈਨੂੰ ਮਾਫ ਕਰ ਦਿਓ, ਮੈਂ ਤੁਹਾਡੀਆਂ ਖੜਾਵਾਂ ਨੂੰ ਨਮਸਕਾਰ ਕੀਤੀ, ਮੱਥਾ ਲਾਇਆ ਟੇਕਿਆ ਹੈ। ਤੇ ਮਹਾਂਪੁਰਸ਼ ਭਾਈ ਕੁਲਵੰਤ ਸਿੰਘ ਜੀ ਨਾਲ ਸੀ। ਕਹਿਣ ਲੱਗੇ ਕੌਣ ਸਿੰਘ ਆ? ਕਹਿਣ ਲੱਗੇ ਜੀ ਭਗਵਾਨ ਸਿੰਘ ਆ। ਮਹਾਂਪੁਰਸ਼ ਕਹਿੰਦੇ ਤਪਾ? ਕਹਿੰਦੇ ਹਾਂਜੀ। ਕਹਿੰਦੇ ਕੀ ਗੱਲ ਹੈ? ਮੈਂ ਕਿਹਾ ਮਹਾਂਪੁਰਸ਼ੋ ਆਪ ਜੀ ਦੇ ਖੜਾਵਾਂ ਤੇ ਮੈਂ ਨਮਸਕਾਰ ਕੀਤੀ ਹੈ। ਮੈਨੂੰ ਕਹਿੰਦੇ ਤੈਨੂੰ ਆਪਣੀ ਮਰਜ਼ਾਦਾ ਦਾ ਪਤਾ ਨਹੀਂ ਹੈ? ਮੈਂ ਕਿਹਾ ਮਹਾਰਾਜ ਪਤਾ ਤਾਂ ਹੈ ਪਰ ਮੇਰੇ ਤੋਂ ਰਿਹਾ ਨਹੀਂ ਗਿਆ। ਤੇ ਫਿਰ ਉਸ ਵੇਲੇ ਮਹਾਂਪੁਰਸ਼ ਕੁਝ ਕੁ ਮੁਸਕਰਾ ਪਏ। ਕਹਿੰਦੇ ਕੋਈ ਪ੍ਰਸਾਦਾ ਪਾਣੀ ਜਲ ਪਾਣੀ ਛਕਿਆ? ਮੈਂ ਕਿਹਾ ਜੀ ਨਹੀਂ। ਕਹਿੰਦੇ ਜਲ ਪਾਣੀ ਛਕ ਲਾ ਤੇ ਬਾਕੀ ਇਹ ਆਪਣੀ ਮਰਜ਼ਾਦਾ ਨਹੀਂ ਹੈ ਤੇ ਫਿਰ ਲੋਕ ਨਮਸਕਾਰਾਂ ਕਰਨੋਂ ਨਹੀਂ ਹਟਦੇ। ਤੇ ਮੈਂ ਕਿਹਾ ਜੀ ਸਤ ਵਚਨ ਅੱਗੇ ਤੋਂ ਮੈਂ ਯਤਨ ਕਰਾਂਗਾ। ਇਸ ਤਰ੍ਹਾਂ ਮਹਾਂਪੁਰਸ਼ਾਂ ਦੇ ਨਾਲ ਸਾਧ ਸੰਗਤ ਜੀ ਉਸ ਵੇਲੇ ਇਹ ਗੱਲ ਹੋਈ ਹੈ। ਸੋ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰਿਆਂ ਵਾਸਤੇ ਤਾਂ ਸੰਗਤ ਜੀ ਕੋਈ ਔਖੀ ਬਾਤ ਨਹੀਂ ਹੈ। ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਸ਼ਾਂ ਨੇ ਇੱਕ ਜੜ ਕੰਧਾਂ ਦੇ ਵਿੱਚੋਂ 8 ਸਿੰਘਾਂ ਨੂੰ ਗੁਰਮੰਤਰ ਦਾ ਜਾਪ ਸੁਣਾ ਦਿੱਤਾ ਤੇ ਬਾਅਦ ਵਿੱਚ ਕਿਹਾ ਸੀ ਕਿ ਹੁਣ ਤੁਸੀਂ ਆਪ ਕਮਾਈ ਕਰੋ, ਕਿਉਂਕਿ ਇਹ ਜਿਹੜੀ ਸਤਿਗੁਰੂ ਮਹਾਰਾਜ ਜੀ ਦੀ ਗੁਰਮਤ ਹੈ ਇਹ ਕਿਰਿਆਤਮਕ ਜੀਵਨ ਵਾਲੀ ਹੈ। ਇੱਕ ਕਥਨੀ ਹੈ, ਇੱਕ ਕਰਨੀ ਹੈ। ਗੁਰਮਤ ਦੇ ਵਿੱਚ ਦੋਹਾਂ ਦੀ ਸਮਾਨਤਾ ਹੈ। ਮੈਂ ਬਹੁਤਾ ਸਮਾਂ ਨਾ ਲਾਵਾਂ।
ਦਾਸ ਦਾ ਇਤਨਾ ਕੁ ਸਮਾਂ ਆਪ ਜੀ ਨੇ ਪ੍ਰਵਾਨ ਕਰਨਾ। ਬਹੁਤ ਹੀ ਪਿਆਰ ਵਾਲੇ ਗੁਰਮੁਖ ਭਾਈ ਗਿਆਨੀ ਸਤਿਕਾਰਯੋਗ ਗਿਆਨੀ ਸੁਖਪ੍ਰੀਤ ਸਿੰਘ ਜੀ, ਜਿਨ੍ਹਾਂ ਤੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਔਰ ਭਾਵਨਾ ਤੇ ਸਰਧਾ ਵਾਲਾ ਗੁਰਮਤਿ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰੂ ਨਾਲ ਜੋੜਦੇ ਆ। ਤੇ ਅੱਜ ਭਾਵੇਂ ਪਹਿਲੀ ਵਾਰ ਸਟੇਜ ਤੇ ਇਹਨਾਂ ਪਿਆਰਿਆਂ ਦੇ ਦਰਸ਼ਨ ਹੋਏ ਨੇ। ਆਮ ਤੌਰ ਤੇ ਮੈਨੂੰ ਕਈ ਸਿੰਘਾਂ ਨੇ YouTube ਤੋਂ ਇਹਨਾਂ ਦੇ ਪ੍ਰਚਾਰ ਸੁਣਾਏ ਨੇ। ਸਤਿਗੁਰੂ ਜੀ ਦੀ ਬੜੀ ਕਿਰਪਾ ਹੈ। ਪਿਆਰਿਓ, ਸੰਸਾਰ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਜੀ ਨੇ ਕੁਰਾਨ ਦੇ ਵਿੱਚ ਇੱਕ ਗੱਲ ਕਹੀ ਹੈ। ਉਹ ਕਹਿੰਦੇ ਦੋ ਤਰ੍ਹਾਂ, ਇੱਕ ਇਲਮ ਵਾ ਅਮਲ। ਇੱਕ ਤਾਂ ਉਹ ਮਨੁੱਖ ਨੇ ਜਿਨ੍ਹਾਂ ਨੇ ਕੇਵਲ ਇਲਮ ਵਿਦਿਆ ਪੜ੍ਹੀ ਹੈ ਤੇ ਨਾਲ ਅਮਲ ਨਹੀਂ ਹੈ। ਤੇ ਕਹਿੰਦੇ ਦੋ ਤਰ੍ਹਾਂ ਦੇ ਮਨੁੱਖਾਂ ਨੇ ਮੇਰੀ ਕੰਡ ਤੋੜ ਦਿੱਤੀ। ਮੁਹੰਮਦ ਸਾਹਿਬ ਜੀ ਕਹਿੰਦੇ ਇੱਕ ਤਾਂ ਬੇ ਇਲਮ ਆਲਮ, ਇੱਕ ਜਿਹੜੇ ਬੇ ਆਲਮ ਇਲਮੀ ਸਨ। ਇੱਕ ਤਾਂ ਉਹ ਜਿਹੜੇ ਵਿਦਿਆ ਨਹੀਂ ਸੀ ਪੜ੍ਹੇ, ਲੋਕਾਂ ਵਿੱਚ ਵਿਦਵਾਨ ਬਣ ਗਏ। ਚਾਰ ਕਿਤਾਬਾਂ ਇੱਧਰ ਦੀਆਂ ਪੜ੍ਹੀਆਂ, ਚਾਰ ਕਿਤਾਬਾਂ ਉੱਧਰ ਦੀਆਂ ਪੜ੍ਹੀਆਂ, ਤੇ ਉਹ ਲੋਕਾਂ ਵਿੱਚ ਪ੍ਰਚਾਰ ਕਰਨ ਲੱਗ ਗਏ। ਇੱਕ ਉਹ ਨੇ ਜਿਹੜੇ ਨਾਲ ਜੋ ਕੁਝ ਗੁਰਮਤਿ ਕਹਿੰਦੀ ਹੈ ਉਹ ਆਪ ਕਮਾਉਣ ਦਾ ਯਤਨ ਕਰਦੇ ਆ। ਗੁਰਸਿੱਖ ਸਾਰੀ ਉਮਰ ਯਤਨ ਹੀ ਕਰਦਾ ਰਹਿੰਦਾ ਕਿ ਮੈਂ ਗੁਰਮਤਿ ਦੇ ਮੁਤਾਬਕ ਆਪਣਾ ਜੀਵਨ ਬਣਾਈ ਜਾਵਾਂ। ਇਸ ਕਰਕੇ ਇਹ ਜੋ ਕੁਝ ਇਹਨਾਂ ਗੁਰਮੁਖਾਂ ਦੀ ਰਸਨਾ ਤੋਂ ਸੁਣਨ ਵਿੱਚ ਆਇਆ, ਵੇਖਿਆ, ਇਹ ਗੁਰਮੁਖ ਗੁਰਮਤਿ ਦੇ ਮਾਰਗ ਤੇ ਚੱਲਣ ਦੇ ਪਾਂਧੀ ਹਨ। ਸਰਧਾ ਤੇ ਭਾਵਨਾ ਵਾਲਾ ਗੁਰਮਤਿ ਦਾ ਪ੍ਰਚਾਰ ਕਰਦੇ ਆ। ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਪਿਆਰਿਆਂ ਦੇ ਇਹੋ ਜਿਹੇ ਪੰਥ ਦੇ ਅੰਦਰ ਗੁਰਮਤਿ ਦੇ ਪ੍ਰਚਾਰਕ ਪੈਦਾ ਹੋ ਜਾਣ। ਬਹੁਤ ਵੱਡਾ ਸਿੱਖੀ ਦੇ ਵਿੱਚ ਉਹ ਯੋਗਦਾਨ ਪਾ ਸਕਦੇ ਆ। ਸਤਿਗੁਰੂ ਕਿਰਪਾ ਕਰਨ, ਰਹਿਮਤਾਂ ਕਰਨ। ਇੰਨਾ ਕੁਝ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕ ਹਾਂ। ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਗਿਆਨੀ ਭਗਵਾਨ ਸਿੰਘ ਜੀ ਤਪਾ, ਜਿਨ੍ਹਾਂ ਨੇ ਬੇਅੰਤ ਵਿਦਿਆ ਮਹਾਂਪੁਰਖਾਂ ਦੀ ਕਿਰਪਾ ਹਾਸਲ ਕਰਕੇ ਪ੍ਰਾਪਤ ਕੀਤੀ ਹੈ ਤੇ ਸੰਗਤਾਂ ਵਿੱਚ ਵੰਡ ਰਹੇ ਹਨ। ਸੋ ਆਪਾਂ ਨੂੰ ਇਹ ਬਚਨ ਵੀ ਸੁਣਾਇਆ ਇਹਨਾਂ ਨੇ। ਇਹ ਕੋਈ ਛੋਟੀ ਜਿਹੀ ਗੱਲ ਨਹੀਂ ਕਿ ਜਾਪ ਚੱਲ ਪੈਣਾ ਸਰੀਰ ਦੇ ਅੰਦਰ। ਜੋੜਿਆਂ ਦੇ ਵਿੱਚੋਂ ਹੀ ਜੋੜਿਆਂ ਨੂੰ ਇਹ ਨਮਸਕਾਰ ਕਰਕੇ, ਕਿਉਂਕਿ ਇਹਨਾਂ ਜੋੜਿਆਂ ਦਾ ਨਾਮ ਆਮ ਤੌਰ 'ਤੇ ਚਰਨਦਾਸੀ ਰੱਖਿਆ ਵਾ ਹੁੰਦਾ ਹੈ। ਜਿਹੜੇ ਉਹ ਮਹਾਂਪੁਰਖਾਂ ਦੀ ਚਰਨਦਾਸੀ ਬਣੇ ਰਹਿੰਦੇ ਹਨ ਤੇ ਉਹਨਾਂ ਨੂੰ ਵੀ ਫਿਰ ਅਸਰ ਹੋ ਜਾਂਦਾ। ਸੋ ਹੁਣ ਢਾਡੀ ਜਥਾ ਭਾਈ ਸੁਖਪ੍ਰੀਤ ਸਿੰਘ ਜੀ ਖਾਲਸਾ, ਜੋ ਪਹਿਲਾਂ ਵੀ ਜਿਨ੍ਹਾਂ ਦੇ ਤੁਸੀਂ ਕਈ ਵਾਰ ਦਰਸ਼ਨ ਕੀਤੇ ਹਨ ਇਸ ਸਟੇਜ ਤੋਂ, ਸੋ 2 ਘੰਟੇ ਵਾਸਤੇ ਤੁਹਾਨੂੰ ਮਹਾਂਪੁਰਖਾਂ ਦੇ ਸੰਬੰਧ ਦੇ ਵਿੱਚ ਵੀ ਤੇ ਹੋਰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਸੋ ਇਸੇ ਤਰ੍ਹਾਂ ਹਾਜ਼ਰੀਆਂ ਭਰਦੇ ਰਹਿਣਾ। ਲੰਗਰ ਦੇ ਵਿੱਚ